ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਦਾ। ਮੈਂ ਤੇ ਮੇਰਾ ਜਵਾਗ ਅੱਜ ਤੁਹਾਨੂੰ ਮੈਥ ਪੜ੍ਹਾਵਾਂਗੇ। ਇਹਨੂੰ ਵੀ ਦੱਸਣਾ ਵੀ ਭਾਈ ਤੇਰਾ ਪਿਓ ਕਿੰਨੀ ਮਿਹਨਤ ਕਰਦਾ ਪੜ੍ਹਾਉਣ ਵਾਸਤੇ। ਵੈਸੇ ਮੈਂ ਮਜ਼ਾਕ 'ਚ ਇਹਨੂੰ ਅੱਜ ਲਿਆ ਆ, ਇਹ ਦੇਖ ਰਿਹਾ ਹੈਗਾ ਠੀਕ ਹੈ। ਸੋ ਮੈਂ ਵੀਡੀਓ ਕੱਟੂੰਗਾ ਹੀ, ਇਸ ਤੋਂ ਬਾਅਦ ਬਸ ਇਕੱਲਾ ਵੈਲਕਮ ਹੀ ਕਰਨਾ ਸੀਗਾ। ਮੈਥ ਤਾਂ ਮੈਂ ਹੀ ਕਰਾਊਂਗਾ, ਵਿਚਾਰਿਆਂ ਨੂੰ ਕਿਉਂ ਤੰਗ ਕਰਨਾ ਹੈ ਨਾ। ਚਲੋ ਠੀਕ ਹੈ। ਸੋ ਦੁਬਾਰਾ ਤੋਂ ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ। ਅੱਜ ਅਸੀਂ ਦੋਨੇ ਜਾਣੇ ਭਾਈ ਮੈਥ ਦੀ ਰਿਵੀਜ਼ਨ ਕਰਵਾਵਾਂਗੇ। ਸੋ ਧਿਆਨ ਦੇ ਨਾਲ ਪੜ੍ਹਿਆ ਕਰੋ ਭਾਈ, ਤਾਂ ਕਿ ਫਿਰ ਤੁਹਾਡੇ ਵਿਆਹ ਹੋਣ ਅਤੇ ਉਸ ਤੋਂ ਬਾਅਦ ਇੰਨੇ ਸੋਹਣੇ ਸੋਹਣੇ ਜਵਾਕ ਹੋ ਜਾਣ। ਠੀਕ ਹੈ, ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਆਪਾਂ ਕਰਦੇ ਹਾਂ ਮੈਥ ਇਸ ਤੋਂ ਬਾਅਦ। ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ। ਸੋ ਚਲੋ ਆਪਾਂ ਹੁਣ ਕੁਐਸਚਨ ਕਰਦੇ ਹਾਂ। ਠੀਕ ਹੈ, ਸੋ ਪਹਿਲਾ ਕੁਐਸਚਨ ਭਾਈ, ਆਫ ਦਾ 3 ਨੰਬਰਸ ਦਾ ਸਮ ਆਫ ਦਾ ਫਸਟ 2 ਹੈ ਨਾ। ਪਹਿਲੇ ਦੋਵਾਂ ਦਾ ਜਿਹੜਾ ਹੈਗਾ ਭਾਈ ਉਹ ਸਮ ਹੈਗਾ 55। ਫਿਰ ਕਹਿੰਦਾ ਸੈਕੰਡ ਤੇ ਥਰਡ ਦਾ ਜਿਹੜਾ ਹੈਗਾ ਉਹ 65 ਹੈ। ਮੈਂ ਥਰਡ ਨੰਬਰ ਨੂੰ Z ਮੰਨ ਲਿਆ। ਤੇ ਸਮ ਆਫ ਥਰਡ ਵਿਦ ਥਰਾਈਸ ਆਫ ਦਾ ਫਸਟ ਹੈ ਨਾ, ਥਰਾਈਸ ਆਫ ਦਾ ਫਸਟ ਆ ਹੋਗੀ। ਤਾਂ ਇਹਨਾਂ ਦਾ ਹੈਗਾ ਜੋੜ ਜੀ 110। ਰਾਈਟ। ਤਾਂ ਆਪਾਂ ਨੂੰ ਥਰਡ ਨੰਬਰ ਪੁੱਛਿਆ ਹੈਗਾ। ਦੇਖੋ ਜਦੋਂ ਵੀ ਆਪਾਂ ਨੂੰ 3 ਵੇਰੀਏਬਲ ਦਿੱਤੇ ਹੁਣ ਤੇ 3 ਹੀ ਇਕੁਏਸ਼ਨਾਂ ਦੇਤੀਆਂ, ਇਹੋ ਜਿਹੇ ਕੁਐਸਚਨਾਂ ਦੇ ਵਿੱਚ ਜੇ XYZ ਦੀ ਵੈਲਿਊ ਪੁੱਛੀ ਹੋਵੇ ਤਾਂ ਤਿੰਨਾਂ ਦਾ ਜੋੜ ਕਰ ਦਿਓ। ਆਮ ਤੌਰ ਤੇ ਆਪਾਂ ਘਟਾਉਣ ਵਧਾਉਣ ਲੱਗ ਜਾਂਦੇ, ਉਹਦੇ ਨਾਲ ਕੈਲਕੂਲੇਸ਼ਨ ਥੋੜੀ ਜੀ ਲੰਬੀ ਹੋ ਜਾਂਦੀ ਹੈ। ਜੇ ਆਪਾਂ ਸਾਰਿਆਂ ਨੂੰ ਜੋੜ ਦਈਏ ਤਾਂ ਦੇਖੋ 4 ਵਾਰੀ X ਆ ਗਿਆ, 4 ਵਾਰੀ X ਆ, 2 ਵਾਰੀ Y ਆ, ਤੇ 2 ਵਾਰੀ ਹੀ Z ਹੈ ਨਾ, 2 ਵਾਰੀ Z ਹੈ। ਤੇ ਇਹਨਾਂ ਸਾਰਿਆਂ ਨੂੰ ਜੋੜੋਗੇ ਤਾਂ 55 ਤੇ 55 110, 110 ਤੇ 110 220, ਤੇ 10 ਜਿਹੜੇ ਰਹਿ ਗਏ ਇੱਥੇ 230। ਰਾਈਟ। 55 55 ਇਹਨੂੰ ਮੰਨ ਲਓ, 10 ਬਾਅਦ ਜੋੜ ਲਾਂਗੇ ਤਾਂ ਕਿੰਨਾ ਹੋ ਗਿਆ 230 ਹੋ ਗਿਆ। ਰਾਈਟ ਹੋ ਗਿਆ। ਹੁਣ ਜੇ ਮੈਂ 2 ਕਾਮਨ ਕੱਢ ਲਾਂ ਤਾਂ 2 ਕਾਮਨ ਕੱਢ ਕੇ ਇੱਥੇ 2X ਬਚ ਜਾਊਗਾ, ਇੱਥੇ Y ਬਚ ਜਾਊਗਾ, ਇੱਥੇ Z ਬਚ ਜਾਊਗਾ, ਤੇ 2 ਇੱਧਰ ਵਟਾ ਆ ਜਾਊਗਾ ਐਵੇਂ ਕਰਕੇ। ਰਾਈਟ। 2 ਕਾਮਨ ਕੱਢ ਲਿਆ ਮੈਂ ਐਵੇਂ ਕਰਕੇ, 2 ਕਾਮਨ ਕੱਢ ਲਿਆ ਤਾਂ 2X ਪਲੱਸ ਆ ਜਿਹੜਾ ਬਚਿਆ Y ਪਲੱਸ Z। ਰਾਈਟ। ਆ ਤਾਂ 2 ਉੱਧਰ ਚਲਿਆ ਗਿਆ ਤਾਂ ਇਹ ਕਿੰਨਾ ਆ ਗਿਆ ਜੀ 115। ਹੁਣ ਦੇਖੋ 2X Y ਪਲੱਸ Z ਦੀ ਵੈਲਿਊ ਆਪਾਂ ਨੂੰ ਪਤਾ, Y ਪਲੱਸ Z ਦੀ ਵੈਲਿਊ ਕਿੰਨੀ ਹੈ 65 ਹੈ। ਯਾਨੀ 115 ਦੇ ਵਿੱਚੋਂ ਆਹ 65 ਉੱਧਰ ਲੈ ਕੇ ਘਟਾ ਸਕਦਾ ਮੈਂ, ਬਿਲਕੁਲ ਘਟਾ ਸਕਦਾ। ਯਾਨੀ ਇਹ ਕਿੰਨਾ ਆ ਗਿਆ ਜੀ 50 ਆ ਗਿਆ। ਯਾਨੀ 2X ਤੇ ਹੁਣ X ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 25 ਆ ਗਈ। X ਦੀ ਵੈਲਿਊ ਜੇਕਰ 25 ਆ ਗਈ, ਆਪਾਂ ਨੂੰ ਪੁੱਛਿਆ ਥਰਡ ਨੰਬਰ ਹੈ ਨਾ। X ਦੀ ਵੈਲਿਊ 25 ਇੱਥੇ ਪੁੱਟ ਕਰ ਦਿਓ, 25 ਤੀਆ 75, ਇੱਧਰ ਹੈਗਾ 110। 110 ਦੇ ਵਿੱਚੋਂ 75 ਕੱਢੋਗੇ ਤਾਂ ਕਿੰਨਾ ਆ ਜਾਊਗਾ 35 ਆ ਜਾਊਗਾ। ਯਾਨੀ Z ਦੀ ਵੈਲਿਊ ਜਿਹੜੀ ਆ ਗਈ ਜੀ ਉਹ 35 ਆ ਗਈ। Z ਦੀ ਵੈਲਿਊ ਜਿਹੜੀ ਆ ਗਈ ਉਹ ਕਿੰਨੀ ਆ ਗਈ 35 ਆ ਗਈ। ਬਹੁਤ ਸਿੰਪਲ ਜੀ ਗੱਲ ਹੈ। ਠੀਕ ਹੋ ਗਿਆ। ਅਗਲਾ ਕੁਐਸਚਨ ਭਾਈ, ਅਗਲਾ ਕੁਐਸਚਨ ਮੈਂ ਆਪਸ਼ਨ ਇਸ ਕਰਕੇ ਲਿਆ ਕਿਉਂਕਿ ਨਿਕਲੂ ਹੀ ਆਪਸ਼ਨ ਤੋਂ। ਦੇਖੋ ਧਿਆਨ ਦੇ ਨਾਲ ਅਗਲਾ ਕੁਐਸਚਨ ਕੀ ਕਹਿੰਦਾ ਹੈਗਾ। ਕਹਿੰਦਾ ਲੈਟ A ਬੀ ਅ ਪੋਜ਼ਿਟਿਵ ਨੰਬਰ, ਪੋਜ਼ਿਟਿਵ ਇੰਟੀਜਰ ਹੈ, ਯਾਨੀ A ਕੋਈ ਇੰਟੀਜਰ ਹੈ। ਜਦੋਂ ਕਹਿੰਦਾ 99 ਨੂੰ ਆਪਾਂ ਡਿਵਾਈਡ ਕਰਦੇ ਆ A ਤੇ ਜਦੋਂ ਆਪਾਂ 125 ਨੂੰ ਡਿਵਾਈਡ ਕਰਦੇ ਆ A ਤੇ, ਤਾਂ ਕਹਿੰਦਾ 4 ਇੱਥੋਂ 4 ਬਚਦਾ, ਰਿਮਾਈਂਡਰ ਤੇ ਇੱਥੋਂ ਰਿਮਾਈਂਡਰ ਕਿੰਨਾ ਬਚਦਾ 6 ਬਚਦਾ ਹੈਗਾ। ਤਾਂ ਉਹ ਵੈਲਿਊ ਆਫ A ਦੱਸੋ। ਆਪਾਂ ਸਿੱਧਾ ਆਪਸ਼ਨ ਤੋਂ ਕਰ ਸਕਦੇ ਹਾਂ। ਜੇ ਮੰਨ ਲਓ ਮੈਂ ਇੱਥੇ 15 ਲਵਾਂ ਤਾਂ 15 ਦੇ ਯੂਨਿਟ ਡਿਜਿਟ 'ਚ ਹਮੇਸ਼ਾ 15 5 75, 75 ਤੋਂ ਬਾਅਦ 90 ਆਊਗਾ। ਯਾਨੀ ਕਹਿਣ ਦਾ ਮਤਲਬ ਕੀ ਆ ਕਿ ਇੱਥੇ 4 ਰਿਮਾਈਂਡਰ ਨਹੀਂ ਬਚ ਰਿਹਾ। 17 ਨਾਲ ਕਰਕੇ ਦੇਖਾਂਗੇ ਤਾਂ 17 ਤੇ ਕਿੰਨਾ ਆਊਗਾ ਭਲਾ, 17 ਤੇ ਆ ਜਾਊਗਾ 85, 17 5 85, 85 ਆਊਗਾ ਤਾਂ 4 ਬਚ ਗਿਆ। ਫਿਰ 17 ਨਾਲ ਹੀ ਆਪਾਂ 125 ਕਰਾਂਗੇ, 17 7 119, 119 ਦੇ ਬਾਅਦ ਕਿੰਨਾ ਬਚੂਗਾ 6 ਬਚੂਗਾ। ਰਾਈਟ। ਯਾਨੀ ਆਹੀ ਆਪਣਾ ਆਨਸਰ ਆ ਗਿਆ। ਇਹ ਆਪਸ਼ਨ ਦੇ ਥਰੂ ਹੀ ਕਰਨੇ ਹੁੰਦੇ ਆ ਇਹੋ ਜਿਹੇ। ਅਗਲੇ ਟੈਸਟ ਦੇ ਵਿੱਚ ਜਿਹਦੇ ਵਿੱਚ HCF ਐਲਸੀਐਮ ਦੇ ਕੁਐਸਚਨ ਆਉਣਗੇ, ਉਹਦੇ ਵਿੱਚ ਮੈਂ ਦੱਸੂਗਾ ਕਿ ਕਿੰਨੇ ਕੁਐਸਚਨ ਆ ਜਿਹੜੇ ਆਪਾਂ HCF ਐਲਸੀਐਮ ਹੋ ਗਿਆ, ਰਿਮਾਈਂਡਰ ਥਿਓਰਮ ਹੋ ਗਿਆ, ਇਹ ਆਪਸ਼ਨਾਂ ਦੇ ਥਰੂ ਨਿਕਲ ਜਾਂਦੇ ਆ। ਸਮਝ ਲੱਗ ਗਈ ਭਾਈ। ਚਲੋ ਖੈਰ, ਇਸ ਤੋਂ ਬਾਅਦ ਆ ਗਿਆ ਇੱਕ ਸਿਲੰਡਰੀਕਲ ਕਹਿੰਦਾ ਸਿਸਟਮ ਜਿਹੜਾ ਕਿ ਡਾਇਆਮੀਟਰ ਉਹਦਾ ਹੈਗਾ ਜੀ 25 ਸੈਂਟੀਮੀਟਰ, ਫੁੱਲ ਆਫ ਵਾਟਰ ਹੈ, ਪਾਣੀ ਨਾਲ ਭਰਿਆ ਹੋਇਆ। 11 ਲੀਟਰ ਜੇਕਰ ਪਾਣੀ ਕਹਿੰਦਾ ਉਹਦੇ ਵਿੱਚੋਂ ਕੱਢ ਦਈਏ ਤਾਂ ਵਾਟਰ ਦਾ ਲੈਵਲ ਦੱਸੋ ਕਿੰਨਾ ਡ੍ਰੌਪ ਹੋ ਗਿਆ, ਕਿੰਨਾ ਘਟ ਜਾਵੇਗਾ ਬੇਸਿਕਲੀ। ਦੇਖੋ ਬਹੁਤ ਸਿੰਪਲ ਜੀ ਗੱਲ ਆ। ਜੇ ਇਹ ਪੂਰੇ ਦਾ ਪੂਰਾ ਭਰਿਆ ਹੋਵੇ ਹੈ ਨਾ, ਪੂਰੇ ਦਾ ਪੂਰਾ ਭਰਿਆ ਹੋਵੇ ਤਾਂ ਆਪਾਂ ਕਹਿੰਦੇ ਆ ਜੀ 22/7 ਪਾਈ ਆਰ ਸਕੁਅਰ, 22/7 ਪਾਈ ਆਰ ਸਕੁਅਰ ਹੈ ਨਾ, 22/7 ਪਾਈ ਆਰ ਸਕੁਅਰ ਤੇ H ਨਾਲ 22/7 ਯਾਨੀ 22/7 ਲਈ ਜਾਣਾ ਮੈਂ, ਪਾਈ ਆਰ ਸਕੁਅਰ H ਹੈ ਨਾ। ਸੋ ਆਹ ਬੇਸਿਕਲੀ ਆਪਣਾ ਕੀ ਹੁੰਦਾ ਗਾ ਸਿਲੰਡਰ ਦਾ ਵੋਲਿਊਮ ਹੁੰਦਾ ਗਾ। ਰਾਈਟ। ਹੁਣ ਆਪਾਂ ਨੂੰ ਕਿਹਾ ਵੀ ਜੇ 11 ਲੀਟਰ ਆਪਾਂ ਕੱਢ ਦਈਏ, ਜੇ 11 ਲੀਟਰ ਆਪਾਂ ਕੱਢ ਦਈਏ ਤਾਂ ਪਾਣੀ ਕਿੰਨਾ ਡ੍ਰੌਪ ਹੋ ਜਾਊਗਾ। ਬਹੁਤ ਸਿੰਪਲ ਜੀ ਗੱਲ ਆ। ਦੇਖੋ ਧਿਆਨ ਦੇ ਨਾਲ, ਜੇ ਮੈਂ ਐਂ ਕਹਾਂ ਕਿ ਇਹਦੇ ਵਿੱਚ ਆਪਾਂ ਇਹਨੂੰ 11 ਲੀਟਰ ਦੇ ਬਰਾਬਰ ਹੀ ਰੱਖ ਲਈਏ ਤੇ ਇੱਥੋਂ ਮੈਂ ਹਾਈਟ ਕੱਢ ਲਾਂ ਤਾਂ ਉਹ 11 ਲੀਟਰ ਦੇ ਹਿਸਾਬ ਨਾਲ ਹਾਈਟ ਆ ਜਾਊਗੀ। ਇਹਦਾ ਮਤਲਬ ਉਨਾ ਹੀ ਡ੍ਰੌਪ ਹੋਇਆ ਹੋਣਾ। ਬਹੁਤ ਸਿੰਪਲ ਜੀ ਗੱਲ ਆ। ਦੇਖੋ ਧਿਆਨ ਦੇ ਨਾਲ,
ਜੇ ਮੈਂ ਪੂਰੇ ਦਾ ਵੋਲਿਊਮ ਲਵਾਂ ਸਿਲੰਡਰ ਦਾ ਤਾਂ ਉਹ ਹੁੰਦਾ ਪਾਈ ਆਰ ਸਕੁਅਰ ਐਚ। ਹੁਣ ਆਪਾਂ ਨੂੰ ਪਾਣੀ ਦਾ ਲੈਵਲ ਕਿੰਨਾ ਘਟ ਗਿਆ ਦਾ ਮਤਲਬ ਆਪਾਂ ਨੂੰ ਹਾਈਟ ਹੀ ਪੁੱਛ ਰਿਹਾ ਵੀ ਕਿੰਨੀ ਹਾਈਟ ਘਟ ਗਈ ਐਂਡ ਹਾਈਟ ਕਿਹਦੇ ਅਕੋਰਡਿੰਗ ਘਟੀ ਆ ਜਿੰਨਾ ਪਾਣੀ ਨਿਕਲਿਆ। ਪਾਣੀ ਕਿੰਨਾ ਨਿਕਲਿਆ 11 ਤਾਂ ਮੈਂ ਉਹਦੇ ਬਰਾਬਰ ਹੀ ਰੱਖ ਲੈਣਾ ਰਾਈਟ। ਤਾਂ 22/7 ਆਰ ਸਕੁਅਰ ਯਾਨੀ ਡਾਇਆਮੀਟਰ ਹੈਗਾ 25 ਤੇ ਜਿਹੜਾ ਤੁਹਾਡਾ ਰੇਡੀਅਸ ਹੋ ਜਾਊਗਾ 25/2 ਹੋ ਜਾਊਗਾ। ਪਾਈ ਆਰ ਸਕੁਅਰ ਹੋ ਗਿਆ। ਐਚ ਆਪਾਂ ਕੱਢਣੀ ਆ। ਅੱਛਾ ਇਹ 11 ਲੀਟਰ ਹੈ ਰਾਈਟ 11 ਲੀਟਰ ਹੋ ਗਿਆ। ਅੱਛਾ 11 ਲੀਟਰ ਹੈ ਤਾਂ ਸੈਂਟੀਮੀਟਰ ਦੇ ਚਲੋ ਬਾਅਦ ਕਨਵਰਟ ਕਰ ਲਾਂਗੇ। ਤਾਂ ਪਹਿਲਾਂ ਕੱਟ ਕਟਾ ਲਓ ਭਾਈ। ਤਾਂ 11 ਦੂਣਾ 22 ਆ ਗਿਆ ਹੈ ਨਾ। 2 ਨਾਲ ਤੁਹਾਡਾ 2 ਕੱਟਿਆ ਗਿਆ ਤੇ 7 ਦੂਣੀ 14। ਹੁਣ ਕਿੰਨਾ ਆ ਗਿਆ ਇਹ ਬੇਸਿਕਲੀ ਇਹ ਆ ਗਿਆ ਤੁਹਾਡਾ ਭਲਾ ਕਰੇ 14/625 14/625 ਦੇਖੋ ਧਿਆਨ ਦੇ ਨਾਲ ਆ 7 ਦੂਣੀ 14 ਉੱਪਰ ਚਲੇ ਗਿਆ 25 25 625 ਨੀਚੇ ਆ ਗਿਆ। ਹੁਣ ਇਹ ਲੀਟਰ ਦੇ ਵਿੱਚ ਸੀਗਾ ਤਾਂ ਇਸ ਕਰਕੇ ਮੈਂ ਇਹਨੂੰ ਜਿਹੜਾ ਹੈਗਾ ਕਿਊਬਿਕ ਸੈਂਟੀਮੀਟਰ ਦੇ ਵਿੱਚ ਕਨਵਰਟ ਕਰ ਦੇਣਾ। 1 ਲੀਟਰ ਦੇ ਵਿੱਚ 1000 ਕਿਊਬਿਕ ਸੈਂਟੀਮੀਟਰ ਹੋ ਗਿਆ ਰਾਈਟ। ਹੁਣ ਕੱਟ ਕਟਾ ਲੈਣੇ ਤਾਂ 25 25 625 25 ਚੌਕਾ 100 ਤੇ 5 8 40 ਤੇ 5 5 25 ਰਾਈਟ। ਸੋ ਇਹ ਆਪਣੇ ਕੋਲੇ ਆ ਗਿਆ। ਤਾਂ ਇਸ ਤੋਂ ਬਾਅਦ 14 8 8 ਚੌਕਾ 32 ਤੇ 100 ਕਿੰਨਾ ਆ ਗਿਆ 12 ਤੇ ਨੀਚੇ ਆ ਗਿਆ 25 ਯਾਨੀ 5 ਦੂਣੀ 10 5 ਦੂਣੀ 10 22 ਸਹੀ 2/5 ਆਪਣੇ ਕੋਲੇ ਸੈਂਟੀਮੀਟਰ ਆਨਸਰ ਆ ਗਿਆ। ਯਾਨੀ ਇੰਨੀ ਹਾਈਟ ਆ ਜਿਹੜੀ ਡ੍ਰੌਪ ਹੋ ਜਾਊਗੀ। ਬਹੁਤ ਸਿੰਪਲ ਜੀ ਗੱਲ ਆ ਵੋਲਿਊਮ ਹੈ ਮੈਂ 11 ਲੀਟਰ ਦੇ ਬਰਾਬਰ ਇਸ ਕਰਕੇ ਰੱਖ ਲਿਆ ਕਿਉਂਕਿ 11 ਲੀਟਰ ਹੀ ਉਹਨੇ ਕੱਢਣ ਨੂੰ ਕਿਹਾਗਾ ਤਾਂ ਇਹਦਾ ਮਤਲਬ ਉਨੀ ਹੀ ਹਾਈਟ ਡ੍ਰੌਪ ਕਰ ਜਾਊਗੀ। 25/2 ਮੈਂ ਇਸ ਕਰਕੇ ਲਿਖ ਲਿਆ ਕਿਉਂਕਿ ਮੈਨੂੰ ਡਾਇਆਮੀਟਰ ਦਿੱਤਾ ਵਿਆਸ ਦਿੱਤਾ ਤੇ ਮੈਂ ਉਹਦਾ ਅਰਧ ਵਿਆਸ ਕਰਤਾ ਯਾਨੀ ਅੱਧਾ ਵਿਆਸ ਕਰਤਾ ਯਾਨੀ 25/2 ਕਰਤਾ। 11 ਲੀਟਰ ਸੀਗਾ 1 ਲੀਟਰ ਦੇ ਵਿੱਚ 1000 ਕਿਊਬਿਕ ਸੈਂਟੀਮੀਟਰ ਹੋ ਗਿਆ ਯਾਨੀ ਕਹਿਣ ਦਾ ਮਤਲਬ ਮੈਂ ਗੁਣਾ 1000 ਦੇ ਨਾਲ ਐਂਡ ਤੇ ਕਰਤਾ। ਸਮਝ ਲੱਗੀ ਭਾਈ ਬਹੁਤ ਸਿੰਪਲ ਦਾ ਕੁਐਸਚਨ ਸੀ। ਇਸ ਤੋਂ ਬਾਅਦ ਆ ਗਿਆ ਕਹਿੰਦਾ ਇੱਕ ਪਰਸਨ ਹੈ ਜਿਹੜਾ ਕਿ ਸਮ ਆਰਟੀਕਲ ਕਹਿੰਦਾ 5 ਪਰ ਰੁਪਏ ਦੇ ਹਿਸਾਬ ਨਾਲ ਜਿਹੜਾ ਹੈਗਾ ਖਰੀਦਦਾ 5 ਪਰ ਰੁਪਏ ਦੇ ਹਿਸਾਬ ਨਾਲ। ਮੈਂ ਪਹਿਲਾਂ ਇੱਧਰ ਤੁਹਾਨੂੰ ਦੱਸ ਦਿੰਦਾ ਇਹਦਾ ਕਨਸੈਪਟ ਕੀ ਹੁੰਦਾ ਹੈਗਾ। ਇੱਕ ਆਰਟੀਕਲ ਲਿਖਣਾ ਇੱਧਰ ਲਿਖਣੇ ਆਪਾਂ ਰੁਪੀਸ ਰਾਈਟ। ਹੁਣ ਜਿਨ੍ਹਾਂ ਨੇ ਭਾਈ ਸਿਲੇਬਸ ਕੀਤਾ ਹੋਇਆ ਜਾਂ ਜਿਨ੍ਹਾਂ ਨੇ ਇਸ ਤਰੀਕੇ ਕਨਸੈਪਟ ਦੇ ਨਾਲ ਪੜ੍ਹਿਆ ਹੋਇਆ ਉਹਨਾਂ ਨੂੰ ਜਲਦੀ ਸਮਝ ਲੱਗ ਜਾਊਗਾ। ਹੋ ਸਕਦਾ ਬਾਕੀਆਂ ਨੂੰ ਨਾ ਸਮਝ ਲੱਗੇ ਉਹਨਾਂ ਟੀਚਰਾਂ ਤੋਂ ਸਮਝੋ ਜਿਨ੍ਹਾਂ ਤੋਂ ਫਿਰ ਤੁਸੀਂ ਮੈਥ ਕੀਤਾ ਹੋਇਆ ਹੋ ਸਕਦਾ ਤੁਹਾਨੂੰ ਆਪਦੇ ਤਰੀਕੇ ਨਾਲ ਸਮਝਾ ਦੇਣਾ ਰਾਈਟ। ਚਲੋ ਖੈਰ ਤਾਂ ਇੱਕ ਪਰਸਨ ਹੈ ਸਮ ਆਰਟੀਕਲ ਕਹਿੰਦਾ ਉਹ ਖਰੀਦਦਾ ਹੈਗਾ ਭਾਈ। ਮੈਂ ਇੱਧਰ ਲਿਖ ਲੈਣਾ 5 ਆਰਟੀਕਲ ਸਮ ਆਰਟੀਕਲ ਲਿਖਿਆ ਨਾ ਵੀ ਕਿਹਦੇ ਹਿਸਾਬ ਨਾਲ 5 ਆਰਟੀਕਲ ਪਰ ਰੁਪਏ ਦੇ ਹਿਸਾਬ ਨਾਲ ਯਾਨੀ ਜੇ 5 ਆਰਟੀਕਲ ਹੈ ਤਾਂ 1 ਰੁਪਏ ਦੇ ਆ ਠੀਕ ਹੋ ਗਿਆ। ਫਿਰ ਕਹਿੰਦਾ ਸੇਮ ਨੰਬਰ ਆਫ ਕਹਿੰਦਾ ਉਹ ਆਰਟੀਕਲ ਖਰੀਦਾਗਾ ਉਹਦਾ ਜਿਹੜਾ ਰੇਟ ਆ ਉਹ 4 ਰੁਪਏ ਯਾਨੀ ਪਰ ਆਰਟੀਕਲ ਹੈ 4 ਆਰਟੀਕਲ ਪਰ ਰੁਪਏ ਆ 4 ਆਰਟੀਕਲ ਪਰ ਰੁਪਏ ਹੋ ਗਿਆ ਠੀਕ ਹੈ। ਦੋਨਾਂ ਨੂੰ ਕਹਿੰਦਾ ਮਿਕਸ ਕਰ ਦਿੰਦਾ ਤੇ ਉਸ ਤੋਂ ਬਾਅਦ ਵੇਚ ਦਿੰਦਾ ਉਹ 9 ਆਰਟੀਕਲ 2 ਰੁਪਏ ਦੇ ਹਿਸਾਬ ਨਾਲ 9 ਆਰਟੀਕਲ 2 ਰੁਪਏ ਦੇ ਹਿਸਾਬ ਨਾਲ। ਤੇ ਕਹਿੰਦਾ ਜੇ ਉਹਨੂੰ ਜਿਹੜਾ ਬਿਜ਼ਨਸ ਦੇ ਵਿੱਚ 3 ਰੁਪਏ ਦਾ ਲਾਸ ਹੋਇਆ ਹੋਵੇ ਤਾਂ ਟੋਟਲ ਆਰਟੀਕਲ ਉਹਨੇ ਕਿੰਨੇ ਖਰੀਦੇ ਆ। ਦੇਖੋ ਆਹ ਆਰਟੀਕਲ ਹੈ ਆਪਾਂ ਨੂੰ ਐ ਨਹੀਂ ਪਤਾ ਵੀ ਆਰਟੀਕਲ ਕਿੰਨੇ ਖਰੀਦੇ ਆ ਪਰ ਉਹ ਰੇਟ ਉਹਨਾਂ ਦਾ ਦੱਸਦਾ ਵੀ ਜੇ ਉਹ ਆਰਟੀਕਲ ਜਿੰਨੇ ਵੀ ਉਹਨੇ ਖਰੀਦੇ ਆ ਉਹਨਾਂ ਦਾ ਜਿਹੜਾ ਰੇਟ ਆ ਉਹ 5 ਆਰਟੀਕਲ ਦੇ ਪਿੱਛੇ 1 ਰੁਪਿਆ। ਜਿਹੜਾ ਦੂਸਰਾ ਆਰਟੀਕਲ ਉਹਨੇ ਖਰੀਦੇ ਆ ਦੂਸਰੇ ਜਿੰਨੇ ਇੱਥੇ ਖਰੀਦੇ ਸੀ ਉਨੇ ਹੀ ਇੱਥੇ ਉਹਨੇ ਆਰਟੀਕਲ ਖਰੀਦੇ ਆ ਰਾਈਟ। ਪਰ ਇੱਕ ਦੀ ਜਿਹੜਾ ਰੇਟ ਆ ਉਹ 4 ਆਰਟੀਕਲ ਦੇ ਪਿੱਛੇ 1 ਰੁਪਿਆ। ਜਦੋਂ ਉਹਨੇ ਵੇਚਿਆਗਾ ਹਨਾ ਇਹਨਾਂ ਦੋਨਾਂ ਨੂੰ ਵੇਚਤਾ ਤਾਂ ਉਹ ਵੇਚਿਆ ਕਿਵੇਂ ਆ 9 ਰੁਪਏ ਦੇ 9 ਆਰਟੀਕਲ ਦੇ ਹਿਸਾਬ ਨਾਲ 2 ਰੁਪਏ ਯਾਨੀ 9 ਆਰਟੀਕਲ ਪਿੱਛੇ ਉਹ 2 ਰੁਪਏ ਕਮਾ ਰਿਹਾ ਹੈਗਾ ਰਾਈਟ। ਹੁਣ ਆਪਾਂ ਨੂੰ ਆਰਟੀਕਲ ਜਦੋਂ ਪਤਾ ਹੀ ਨਹੀਂ ਆਰਟੀਕਲ ਕਿੰਨੇ ਆ ਤਾਂ ਆਪਾਂ ਆਰਟੀਕਲ ਬਰਾਬਰ ਕਰਨੇ ਪੈਣਗੇ। ਹੁਣ ਆਰਟੀਕਲ ਬਰਾਬਰ ਕਰਨ ਪਿੱਛੇ ਆਪਾਂ ਨੂੰ ਇਹਦਾ ਐਲਸੀਐਮ ਲੈਣਾ ਪੈਣਾ। ਐਲਸੀਐਮ ਲਵਾਂਗੇ ਤਾਂ ਦੇਖੋ 180 ਆ ਜਾਊਗਾ 180 ਆ ਜਾਊਗਾ ਤਾਂ ਕਿਵੇਂ ਕਰਾਂਗੇ ਦੇਖੋ 36 5 180 है ना। मैं आर्टिकल बराबर कर देना यानी इत्थे भी आर्टिकल 180 है इत्थे भी आर्टिकल 180 है तो इत्थे दोनों को जोड़ के कितना आ गया 360 आ गया क्योंकि इन्ने आर्टिकल उन्हें खरीदे इन्ने आर्टिकल उन्हें खरीदे फिर दोनों को बेच के 360 उन्हें बेचते आर्टिकल बराबर करते मैं राइट। जो 180 किया तो 36 5 180 होगा तो जो मैं 36 ਨੂੰ ਇਹਦੇ ਨਾਲ ਮਲਟੀਪਲਾਈ ਕੀਤੀ ਤਾਂ ਮੈਨੂੰ ਇੱਧਰ ਵੀ 36 ਨਾਲ ਮਲਟੀਪਲਾਈ ਕਰਨੀ ਪੈਣੀ ਆ। ਫਿਰ 180 ਹੈ ਤਾਂ ਕਿੰਨਾ ਆ ਜਾਊਗਾ 45 ਚੌਕਾ 180 ਤੇ 45 ਨਾਲ ਜਦੋਂ ਮੈਂ ਇੱਧਰ ਮਲਟੀਪਲਾਈ ਕੀਤਾ ਤਾਂ ਮੈਨੂੰ 45 ਨਾਲ ਇੱਧਰ ਮਲਟੀਪਲਾਈ ਵੀ ਕਰਨੀ ਪੈਣੀ ਆ। ਹੁਣ ਦੋਨੇ 180 360 ਦੇ ਬਰਾਬਰ ਹੈ ਤਾਂ 40 ਨਾਇਆ 360 ਤਾਂ ਮੈਨੂੰ ਇੱਧਰ ਵੀ 40 ਨਾਲ ਮਲਟੀਪਲਾਈ ਕਰਨੀ ਪੈਣੀ ਯਾਨੀ ਆਹ 36 ਆ ਗਿਆ ਇੱਧਰ 45 ਏਕਮ 45 ਆ ਗਿਆ ਤੇ 40 ਦੂਣਾ 80 ਆ ਗਿਆ। ਹੁਣ ਇਹ ਸਾਰਾ ਕੁਐਸਚਨ ਸੌਟ ਆਊਟ ਹੋ ਗਿਆ। ਹੁਣ ਆਪਾਂ ਆਰਾਮ ਨਾਲ ਕੁਐਸਚਨ ਕੱਢ ਸਕਦੇ ਹਾਂ। ਦੇਖੋ ਹੁਣ ਕੀ ਆ ਗਿਆ ਜੇ ਇਹਨੂੰ ਸਾਰੇ ਕੁਐਸਚਨ ਨੂੰ ਭੁੱਲ ਕੇ ਇਹਨੂੰ ਆਪਾਂ ਬੋਲੀਏ ਤਾਂ ਉਹ ਕਹਿੰਦਾ ਵੀ ਜਦੋਂ ਉਹਨੇ ਪਹਿਲਾਂ 180 ਆਰਟੀਕਲ ਖਰੀਦੇ ਸੀ ਤਾਂ ਉਹਨੇ 180 ਆਰਟੀਕਲ ਜਿਹੜੇ ਖਰੀਦੇ ਭਾਈ ਉਹ 36 ਰੁਪਏ ਦੇ ਖਰੀਦ ਲਏ। ਫਿਰ 180 ਆਰਟੀਕਲ ਜਿਹੜੇ ਖਰੀਦੇ ਆ ਉਹਨੇ 45 ਰੁਪਏ ਦੇ ਖਰੀਦ ਲਏ। ਜਦੋਂ 360 ਆਰਟੀਕਲ ਯਾਨੀ ਦੋਨੇ ਵੇਚੇ ਆ ਤਾਂ ਉਹਨੇ 80 ਰੁਪਏ 'ਚ ਵੇਚਤੇ
ਰਾਈਟ ਹੈ। ਤੇ ਇਹਦੇ ਨਾਲ ਉਹਨੂੰ 3 ਰੁਪਏ ਦਾ ਲਾਸ ਹੋ ਗਿਆ ਜਿਹੜਾ ਆਪਾਂ ਨੂੰ ਕਿਹਾ। ਹੁਣ ਜਦੋਂ ਇੱਥੇ ਦੋਨੇ ਆਪਾਂ ਜੋੜੇ ਜਿਹੜੇ ਉਹਨੇ ਖਰੀਦੇ ਆ ਤਾਂ 36 ਤੇ 45 ਕਿੰਨਾ ਹੋ ਗਿਆ ਭਾਈ 45 ਤੇ 35 80 ਤੇ 1 81 ਰਾਈਟ। यानी ਉਹਨੇ 81 ਰੁਪਿਆਂ ਦੇ ਇਹ ਖਰੀਦੇ ਸੀ। 81 ਰੁਪਿਆਂ ਦੇ ਖਰੀਦ ਕੇ 80 ਚ ਵੇਚਤੇ, यानी 1 ਰੁਪਏ ਦਾ ਲਾਸ ਹੋ ਗਿਆ। 1 ਰੁਪਏ ਦਾ ਲਾਸ ਹੋ ਗਿਆ। ਦੇਖ ਲਓ 1 ਰੁਪਏ ਦਾ ਲਾਸ ਹੋ ਗਿਆ। ਆਹੀ 1 ਰੁਪਏ ਦਾ ਲਾਸ ਆਪਾਂ ਨੂੰ ਕਿਹਦੇ ਬਰਾਬਰ ਦੇ ਰੱਖਿਆ 3 ਦੇ ਬਰਾਬਰ ਦੇ ਰੱਖਿਆ। ਆਹੀ 1 ਰੁਪਏ ਦਾ ਲਾਸ ਆ ਜਿਹੜਾ ਆਪਾਂ ਨੂੰ ਕਿਹਦੇ ਬਰਾਬਰ ਦੇ ਰੱਖਿਆ 3 ਦੇ ਬਰਾਬਰ ਦੇ ਰੱਖਿਆ। ਤਾਂ ਆਪਾਂ ਨੂੰ ਟੋਟਲ ਨੰਬਰ ਆਫ ਆਰਟੀਕਲ ਖਰੀਦਣ ਵਾਲੇ ਬॉट ਬਾय हिम टोटल नंबर ऑफ आर्टिकल उन्हें किन्ने खरीदे सी तो आप 180 प्लस 180 360 की वैल्यू कढ़ लांगे। जे 1 रुपया 3 के बराबर है तो फिर आह 360 किहदे बराबर होगा तो 360 किहदे बराबर होगा 360 गुणा 3 आ गया। जे 1 बराबर 3 दे तो 360 गुणा 3 दे तो कितना आ जाऊगा 36 तीया 108 तो नाल ला दो 1 0 यानी 1080 आर्टिकल जिहड़े उन्हें खरीदे सी। बहुत सिंपल है ये क्वेश्चन पर गल फिर हो जाती भी बहुत तरीके इहनूं करवाउण दे है ना। हरेक टीचर अपने अपने तरीके दे नाल करवाउंदा होऊगा पर मैनूं नहीं पता भी थोड़े वाले टीचर ने यह करवाया थोनूं या नहीं करवाया। पर यह क्वेश्चन बहुत ज़्यादा मशहूर है, बहुत ज़्यादा सौखा तो बहुत ज़्यादा कॉमन क्वेश्चन है जिहड़ा कि आउंदा रहिंदा आम तौर पर पेपरां दे विच। ठीक है। सो आर्टिकल बराबर करने सी फिर इत्थे जोड़ के सेम नंबर ऑफ आर्टिकल सी 360 हो गया तो इधर आपां उवें उवें करता। समझ लग गई भाई वीडियो नूं दोबारा बैक करके देख लिओ। इस तो बाद आ गया जी कहता एवरेज ऑफ 5 कंजुगेटिव नैचुरल नंबर है ना। 5 कंजुगेटिव नैचुरल नंबर का जो एवरेज आ वो भाई हैगा जी M। कहता जेकर नैक्सट 3 ਜਿਹੜੇ ਨੈਕਸਟ 3 ਨੈਚੁਰਲ ਨੰਬਰ ਜੇਕਰ ਆਪਾਂ ਜੋੜੀਏ ਤਾਂ ਕਹਿੰਦਾ ਹੁਣ ਐਵਰੇਜ ਕਿੰਨੀ ਹੋ ਜਾਊਗੀ। ਬਹੁਤ ਸਿੰਪਲ ਜੀ ਗੱਲ ਹੈ। ਜੇ ਇਹ ਕਿਸੇ ਨੂੰ ਕਨਸੈਪਟ ਪਤਾ ਤਾਂ ਉਹ ਸਿੱਧੇ ਦਾ ਸਿੱਧਾ ਆਨਸਰ ਲਾਊਗਾ M + 1.5। ਹੁਣ ਇਹ ਵੀ ਕਨਸੈਪਟਾਂ ਦੇ ਵਿੱਚ ਹੀ ਆ ਜਾਂਦਾ। ਟੈਸਟ ਸੀਰੀਜ਼ ਲਾਉਣ ਦਾ ਫਾਇਦਾ ਹੀ ਇਹ ਹੈ ਜੇ ਤੁਸੀਂ ਕਨਸੈਪਟ ਕੀਤੇ ਹੋਇਆ। ਐਂਡ ਇਹ ਬਹੁਤ ਕਾਮਨ ਕਨਸੈਪਟ ਹੈ। ਜੇ ਤੁਹਾਨੂੰ ਲੱਗਦਾ ਵੀ ਟੀਚਰ ਨੇ ਚਲੋ ਇਹ ਨਹੀਂ ਕਰਾਇਆ ਤਾਂ ਬਾਕੀ ਬਹੁਤ ਕੁਝ ਕਰਾਇਆ, ਇਹ ਕਰਵਾਉਣਾ ਬਣਦਾ ਸੀ ਕਿਉਂਕਿ ਇਹ ਬਹੁਤ ਜ਼ਿਆਦਾ ਕਾਮਨ ਕੁਐਸਚਨ ਹੈ। ਰਾਈਟ ਹੈ। ਨਹੀਂ ਕਰਵਾਇਆ ਤਾਂ ਆਪਦੇ ਟੀਚਰ ਨੂੰ ਜਾ ਕੇ ਫੜੋ। ਚਲੋ ਖੈਰ ਤਾਂ M + 1.5 ਇਹਦਾ ਆਨਸਰ ਆ ਗਿਆ, ਡਾਇਰੈਕਟ ਆ ਗਿਆ। ਮੈਂ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰ ਲੈਣਾ ਤਾਂ ਕਿ ਚਲੋ ਠੀਕ ਹੈ ਰੱਟਾ ਨਾ ਲੱਗੇ। ਬਹੁਤ ਸਿੰਪਲ ਜੀ ਗੱਲ ਹੈ। ਦੇਖੋ 1 2 3 ਜੇ ਮੇਰੀ ਐਵਰੇਜ ਕਹਾਂ ਤਾਂ ਐਵਰੇਜ ਇਹਦੀ ਕਿੰਨੀ ਹੋਊਗੀ 2 ਹੋਊਗੀ। ਇਹਦੀ ਐਵਰੇਜ ਕਿੰਨੀ ਹੋਊਗੀ 2 ਹੋਊਗੀ। ਸਿੰਪਲ ਜੀ ਗੱਲ ਹੈ। 1 2 3 ਦੀ ਐਵਰੇਜ 2 ਹੈ। राइट चाहे जोड़ के कर लो। ठीक है। सो जो ये लगातार की है कंजुगेटिव नैचुरल नंबर का मतलब होता है क्रमवार लगातार संख्यावां। राइट इत्थे लिखा भी होगा लगातार 5 कुदरती संख्यावां का औसत M है, लगातार 3 संख्यावां का औसत 2 है। सेम हो गया। राइट है। उस तो बाद जिवें इहने कहा भी नैक्सट 3 नैचुरल नंबर मैं जोड़े तो मैं भी ये नैक्सट 3 नंबर नाल जोड़ दिना 4 5 ते 6। हुण इहदी एवरेज की बन जूगी। हुण इहदी एवरेज हो जूगी 6 ते 1 7/2 3.5 एवरेज हो जूगी। जदों मैं लगातार 3 जोड़े तो ये 1.5 नहीं ऐड हो गया। देखो M + 1.5 ऐड हो गया। हुण 1.5 ही क्यों ऐड होया जिन्नियां टर्मां आपां जोड़ांगे उहदा अद्धा हो जाऊगा। 3 टर्मां जोड़ियां सी 3/2 तो मैं 1.5 लिखता। जे 4 टर्मां जोड़नियां होंदियां तो 4/2 तो इत्थे M + 2 आ जांदा। जे इत्थे आ जांदा अगलियां 7 टर्मां तो 7 टर्मां का कितना बन जाता M + 3.5। यह अद्ध हुंदा गा। ਜਦੋਂ ਆਪਾਂ ਲਗਾਤਾਰ ਨੈਚੁਰਲ ਨੰਬਰ ਜੋੜਦੇ ਤੇ ਐਵਰੇਜ ਅੱਧੀ ਵੱਧਦੀ ਜਾਂਦੀ ਹੈ। ਇਹ ਇੱਕ ਕਨਸੈਪਟ ਹੈ ਜਿਹੜਾ ਕਿ ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਸ਼ਾਰਟ ਫਾਰਮ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਮੈਂ ਕਹਾਂ ਕਿ 1 2 3 4 ਇਹਦੀ ਐਵਰੇਜ ਕਿੰਨੀ ਹੈ ਤਾਂ ਤੁਸੀਂ ਨਾਲ ਦੀ ਨਾਲ ਕਹੋਗੇ ਜੀ 2.5 ਹੈ। ਇਹਦੀ ਨਾਲ ਦੀ ਨਾਲ ਤੁਸੀਂ ਐਵਰੇਜ ਕਹਿ ਦੋਗੇ 2.5 ਹੈ। ਜੇ ਮੈਂ ਕਹਦਾ ਮੈਂ ਮੰਨ ਲਓ ਕੀ ਕਹਿੰਦੇ ਹੁੰਦੇ ਆ ਮੰਨ ਲਓ 5 ਤੇ 6 ਨੂੰ ਜੋੜਤਾ ਤਾਂ ਹੁਣ ਇਹਦੀ ਐਵਰੇਜ ਕਿੰਨੀ ਹੋ ਜੂਗੀ 6 ਤੇ 1 7 3.5 ਹੋ ਜੂਗੀ। ਦੇਖੋ ਮੈਂ ਅਗਲੇ 2 ਨੰਬਰ ਜੋੜੇ ਤਾਂ ਦੋਵਾਂ ਦਾ ਅੱਧ ਕੀ ਹੋ ਜੂਗਾ 1 ਯਾਨੀ 1 ਐਵਰੇਜ ਵੱਧ ਜੂਗੀ। ਦੇਖ ਲਓ 1 ਵਧੀਆ ਕਿ ਨਹੀਂ है ना। जे मैं कहा सिर्फ एक ही टर्म ऐड करनी है मैं 7 सिर्फ एक ही टर्म ऐड की तो 7 ते 1 8 का अद्ध की हो जूगा भला 8 का यानी एवरेज की हो जूगी 4 हो जूगी। तो यह मतलब 3.5 तक आप पहुँच गए सी। 0.5 ਵਧਣੀ ਚਾਹੀਦੀ है 0.5 ही ਵਧੂਗੀ क्योंकि आप सिर्फ एक टर्म ही ऐड की है। समझ लग गई। सो जिन्नियां टर्म आप ऐड करांगे उहदा अद्ध एवरेज ਵਧੂਗੀ। जे मैं कहा 50 टर्म ऐड करती तो उहदा अद्ध यानी 25 एवरेज वध जाएगी जिन्नी भी पहला सी। फिर एवं करके हो जाएगा। तो नैक्सट 3 टर्म ऐड की तो M + 1.5 हो गया। अगला क्वेश्चन आ गया जी बाय इंक्रीजिंग द प्राइस ऑफ एंट्री टिकट फेयर इन द रेशो। देखो प्राइस जी हैगी भाई वो 3:5 है यानी पहला जेकर 3 सी तो हुण 5 हो गया। इंक्रीज हो गया प्राइस टिकट का। इस तो बाद कहता जिहड़े विजिटर सीगे देखो आ तां टिकट है आ तां टिकट है तो जे जिहड़े विजिटर सीगे जिहड़े विजिटर सी वो कहता भाई घट गए अगे नालों पहला 7 आउंदे सी तां हुण सिर्फ 2 ही आउंदे आ। तां कहता रेशो दसो टोटल कलैक्शन इंक्रीज़ड और डिक्रीज़ दी। बहुत सिंपल जी गल है। जेकर पहले 3 जाने
3 रुपए की टिकट सी ते 7 जने आउंदे सी तो किन्ने रुपये देणगे 7 जने 3 करके 7 21 ते हुण कहंदा 2 जने ही आउंदे ते टिकट का प्राइस 5 है तो किन्ना होगी टोटल कलैक्शन 10 यानी कहने का मतलब की है कि अपने कोले हुण टोटल कलैक्शन जिहड़ी होगी भाई वो 21:10 होगी यही अपने कोले आंसर आपां नूं रेशो ही पुछी आ कादी टोटल कलैक्शन दी एंड टोटल कलैक्शन किवें होगी जिन्ने जने आउणगे जिन्ने पैसे देणगे गुणा ही करांगे होर की करांगे राइट हो गया। इस तो बाद कहता जी गणेश ने इन्वेस्ट किया X रुपीज़ गणेश ने इन्वेस्ट किया X रुपीज़ कहता डिपॉजिट ऑफरिंग 5% पर एनम फॉर फर्स्ट ईयर 5% जेकर वो ब्याज लेंदा तो पहले साल यानी 105/100 लऊगा है ना। उस तो बाद अगले साल कहता 15% लेंदा गा तो अगले साल 15% लेंदा गा तो 115/100 होगा राइट आ। उस तो बाद कहता जी टोटल अमाउंट उन्होंने 9660 रुपये मिल जाती है तो वैल्यू ऑफ एक्स दसो यानी आ कर करा के उन्होंने किन्ने रुपये मिल गए 9660 रुपये मिल गए आंसर आ गया बस राइट। एक्स की वैल्यू कढ़ लाँगे तो इतने कितना आ जाऊगा जी 20 आ जाऊगा इतने 21 आ जाऊगा इतने 23 आ जाऊगा तो इतने आ जाऊगा 20 आ जाऊगा राइट आ। बस सिंपल जी गल इतने 20 आऊगा इतने 21 आऊगा ठीक है। सो 105 है ना तो इतने की आ जाऊगा 21 आ जाऊगा 21/20 आ गया 23/20 आ गया ठीक है। 21 ते 23 जेकर आप करांगे गुणा 21 ते 23 जेकर आप गुणा करांगे तो 63 आ जाऊगा 42 आ जाऊगा तो 483 आ गया 483 गुणा 2 तो इतने भी 20 आ गया तो एक्स की वैल्यू कितनी आ गई 20 गुणा 20 गुणा 20 8000 आ गया आ 20 ऊपर ले जाओ ना तो 8000 बेसिकली आंसर आ गया सिंपल सी क्वेश्चन भाई ठीक है। इस तो बाद आ गया जी द टाइम टेकन बाय 4 मैन कहता 4 मैन द्वारा टाइम लिया गया इज डबल वो डबल है किहदा डबल है भाई जिन्ना टाइम 5 चिल्ड्रन लेंदे सेम जॉब नो तो इन्हां दी रेशो आप कढ़ सकते हैं तो रेशो कितनी आ जाऊगी देखो एम सॉरी हाँ एक मिनट 4 मिनट टू कंप्लीट द जॉब 4 मिनट कहना किसी काम नू कंप्लीट कर दिया जी राइट 4 मिनट किसी काम नू कंप्लीट करते हैं तो वह डबल टाइम लेंदे आ 5 चिल्ड्रन का राइट हो गया तो हाँ ठीक है तो यदा मतलब एम तो सी की जी रेशो आ गई वो कितनी आ गई 5:8 आ गई है ना आ 4 दूनी 8 हो गए ना 5:8 हो गई 8 थले चला जाऊगा सी इधर आ गया तो बेसिकली मैन तो चिल्ड्रन की जी रेशो है वो कितनी आ गई भाई 5:8 आ गई ओके हो गया जी। इस तो बाद कहता ईच मैन इज ट्वाइस द वूमन ईच मैन इज ट्वाइस द वूमन ईच मैन इज ट्वाइस द वूमन हो गया राइट आता हूँ इतने मैन नू बराबर रख लेने यानी तिन्हों की रेशो कट लेने इतने मैन है 5 तो इतने मैन है 2 जे मैन नू बराबर करना हो इतने 5 नाल मल्टीप्लाई कर दो इतने 2 नाल मल्टीप्लाई कर दो आह 10:16 हो जाऊगा तो आह 10 रेशो कितना हो गया 5 हो गया तो हुण मैन वूमन तो चिल्ड्रन की रेशो आ गई मैन कितना 10 है वूमन कितनी है 5 है तो मैन तो 10 है ही है चिल्ड्रन कितना आ गया 16 आ गया तो अपने को आह बेसिकली एफिशिएंसी की रेशो आ गई हुण आह रेशो कढ़नी आनी चाहिए रेशो प्रपोर्शन के भरपूर तुसी तरीके दे नाल सॉल्व कर सकते राइट हो गया। इस तो बाद क्वेश्चन कुछ नहीं रहा भाई क्वेश्चन सिंपल रह गया हुण आपां नूं की कहा भी 12 मैन 10 चिल्ड्रन ते 8 वूमन राइट है कहंदा किन्ने दिनां च करनगे जेकर कहंदा चिल्ड्रन है जिहड़े ओह 20 दिनां च काम खत्म कर दिंदे आ बस एफिशिएंसी वैल्यू पुट कर दो मैन दी हैगी 10 तो 120 आ जाऊगा 12 गुणा 10 वूमेन की हैगी आ चिल्ड्रन की हैगी आ 16 तो 16 प्लस 16 गुणा 10 160 आ गया 8 5 कितना आ गया 40 आ गया राइट तो इधर कितना आ गया भाई ਇਹਦਾ चिल्ड्रन का हैगा 16 गुणा 20 आ 16 गुणा 20 आ गया इनू ढा दिए ठीक है बस इतों सॉल्व कर 120 तो 160 हो गया 160 तो 160 320 हो गया तो इधर आ गया 16 तो 20 16 गुणा 320 ही होंगे तो डी की वैल्यू कितनी आ गई जी 1 आ गया यानी 1 दिन का आंसर आ जाएगा 1 दिन का आंसर आ गया बस एफिशिएंसी सी उसकी वैल्यू पुट करनी सी 1 दिन यदा राइट आंसर बन गया। कहता 4 सर्कल कहता ये क्वेश्चन बहुत मशहूर है भाई 4 इक्वल सर्कल ऑफ द रेडियस 4 कॉर्नर टच करते हैं राइट इस तरीके दे नाल यानी कि है ना इस तरीके दे नाल
है ना। इस तरीके दे नाल यानी कि कॉर्नर टच करते हैं। तो कहता जी इन्हों के सेंटरां नूं मिला के बेसिकली इत्थे एक स्केयर बनती है, एवें करके सेंटरां नूं मिला के एक स्केयर बनती। बहुत मशहूर क्वेश्चन है, बहुत ही ज़्यादा मशहूर क्वेश्चन है, राइट। सो आपां नूं पुछ लिया भी जेकर कहता उन्होंने रेडियस 4 है, यानी इत्थों लेके आह रेडियस 4, आ भी 4 है ना, आ भी 4 ही होगा, आ भी 4 ही होगा। तो कहता दसो भाई वो पोर्शन कड्ढो जिहड़ा बिटवीन द स्केयर एंड द 4 सैक्टर्स। यानी सैक्टर का मतलब की होंदा आ जिहड़ा सैक्टर बनया है ना, आ सैक्टर जिहड़ा बनया, आह सैक्टर जिहड़ा बनेगा कहता बिटवीन द स्केयर, आ देखो बिटवीन द स्केयर एंड द 4 सैक्टर, यानी आ पोर्शन बेसिकली आपां कड्ढना है ना, आह पोर्शन, आ पोर्शन आ जिहड़ा इन्ना इन्ना पोर्शन है। हुण ये आपां किवें कढ सकदे, बहुत सिंपल तरीके दे नाल देखो ये आपां किवें कढ सकदे, जे आपां स्केयर दे विचों आ सैक्टर घटा दईए तां आंसर आ जाऊगा। हुण स्केयर दी साइड कितनी बन गई, 4 ते 4 8, 8 का जिहड़ा एरिया होगा 64 हो गया, स्केयर दी साइड दा स्केयर हुंदा 64 आ गया, राइट। 64 दे विचों जे मैं आह सैक्टर जिहड़ा आह सैक्टर है, आ सैक्टर है जिहड़ा आह सैक्टर, आह सैक्टर, आ सैक्टर ते आ सैक्टर घटा दा तां आही बच जू कल्ला, राइट। हम सैक्टर किवें कढ सकदे, देखो स्केयर दियां सारी भुजावां बराबर होंदियां, सारे एंगल बराबर होंदे, आ भी 90, आ भी 90, आ भी 90, 90 गुणा 4 360 डिग्री बन गया, यानी आ भी 90 का, आ भी 90 का, आ भी 90 का, आ भी 90 का, राइट। एंड पूरा जे ये आए देखिए तो पूरा 360 होंदा गा, राइट। यानी कहने का मतलब की है कि 90 गुणा 4 बटा 360 ते पाई आर स्केयर, क्योंकि आ सैक्टर है ना, जे पूरा होंदा तो मतलब पूरा सर्कल है, पूरा सर्कल जिहड़ा हैगा, पूरा सर्कल की होंदा पाई आर स्केयर, पर आपां तो सिर्फ 90 वाला कढना गा, तां कल्ले सैक्टर का जिहड़ा एरिया होगा वो की होगा, आपां 90 कढना गा, तो 90 कास चों है 360 चों ते पाई आर स्केयर, पर यह 4 है, 4 कॉर्नर है तो गुणा 4 कर देंगे है ना, 1 कॉर्नर 2 कॉर्नर 3 कॉर्नर 4 कॉर्नर, 1 कॉर्नर का की होंदा 90 बटा 360 पाई आर स्केयर, 4 है तो गुणा 4 कर देंगे तो 90 चौका 360, 360 कट्टिया जाऊ, कल्ला पाई आर स्केयर रह जाऊगा, ਉਹੀ ਗੱਲ है ना, कल्ला पाई आर स्केयर रह जाऊगा। समझ लग गई। सो एक सैक्टर का जोड़ा होंगे 90 बटा 360, क्योंकि 90 का कढ़ना आप एको सैक्टर का कढ़ना 90 बटा 360 है, क्योंकि पूरे सैक्टर का 360 होंगे, वो सिर्फ 90 का कढ़ना, पूरे सैक्टर का एरिया पाई आर स्केयर होंगे, पूरे सर्कल का पाई आर स्केयर होंगे, तो 90 बटा 360 कढ़ना गा पाई आर स्केयर, पर यह 4 है तो गुणा 4 कर देंगे, तो 90 चौका 360 कट्टिया जो सिर्फ पाई आर स्केयर रह गया, सिर्फ पाई आर स्केयर रह गया। यानी कहने का मतलब की है कि पाई आर स्केयर घटाना 64 के विचों पाई आर स्केयर होना जी आर है वो की है रेडियस, रेडियस कितना है ओबवियस गल है, सारे का कितना ओबवियस गल बराबरी होगा 4 है, तो रेडियस 4 है तो आर की वैल्यू भर दो, 4 चौकम चौके कितना आ जाऊगा 16 आ जाऊगा, तो इत्थे की आ गया जी 16 पाई आ गया, राइट है। तो 8 कॉमन कढोगे तो कितना आ जाऊगा जी 8 सॉरी हाँ 16 कॉमन कढ़ लो, 16 कॉमन कढ़ांगे तो 16 चौके 64 तो कितना आ गया। ये क्वेश्चन सच्ची बहुत घैंट है, पर वही गल भी आम तौर पर इन्होंने करवाया घट जाता टीचर द्वारा। समझ लग गई भाई, सो 4 माइनस पाई ओके वैरी गुड। कई लगता हो पेपर च नहीं आते क्योंकि करते नहीं तुम दिंदे ने थोड़ा इन्हें किलोमीटर कहता ए है जोड़ा वो बीट कर दिंदा बी नू 30 सैकेंट के नाल, यानी जे मान लो आप ए इत्थे पहुँच गया तो 30 सैकेंट पिछे है बी, ऐ कह दी गल एको ही है ठीक है। तो कहता सी है जोड़ा वो बीट हो जाता बी तो 15 सैकेंट के नाल, यानी जे बी इत्थे है तो सी आप 15 सैकेंट इत्थे ला लेने, सी इत्थे हो गया। हुण कहता जेकर कहता ए कहता बीट सी नू कर दिंदा 180 मीटर के हिसाब नाल, यानी आह जी आप दूरी 180 मीटर मान लीए तो कहता पूरे किलोमीटर के विच कहता द टाइम टेकन बाय ए टू रन 1 किलोमीटर, तो 1 किलोमीटर भाई दे ए नू कितना टाइम लगता, आ पूरे का पूरा आप 1 किलोमीटर ही मान लेने, 1 किलोमीटर का मतलब की हो गया 1000 मीटर, राइट। हुण तुसीं ऐ देखो भी जे मान लो ए ने 1000 मीटर की दूरी तय की तो उन्ने टाइम दे विच सी 180 मीटर पिछे है ना, तो सी ने जी की है भाई वो कितनी की है 820, तो इन्होंने जी रेशो आ गई वो कितनी आ गई 2 चौके तो इधर आ जाऊगा 50, यानी इन्हों की जी रेशो आ गई वो कितनी आ गई भाई 50 रेशो 41 आ गई। यानी कहने का मतलब जे ए ने 1000 मीटर की दूरी तय कर ली 1 किलोमीटर जोड़ा कि बन गया, तो उस टाइम के ए ने क्योंकि बी नू सी नू जो 180 मीटर के नाल बीट किया
तो 180 मीटर पिछे होगा यानी 820 हो गया, यानी इन्हों की जी रेशो आ गई दूरी की वो 50:41 आ गई। वो समझ लग गई भाई। हुण अच्छा टाइम का कितना डिफरेंस आ देखो ध्यान दे नाल। टाइम का डिफरेंस इत्थे आ भी 30 तो पहला बी नाल है, फिर 15 गाहां 30 ते 15 45 का 45 टाइम का डिफरेंस है। तो इत्थे डिफरेंस कितना आ गया भाई 9 का, इत्थे डिफरेंस कितना आ गया 9 का। अच्छा ये तो अपने को दूरी की है यानी डिस्टेंस की स्पीड है। जे मान लो ए ने 50 किया रेशो के तो इन्हें 41 किया, ये तो डिस्टेंस की रेशो आ गई, डिस्टेंस की रेशो ही है ना क्योंकि 1000 ते 800 भी डिस्टेंस है। अच्छा टाइम डिस्टेंस की रेशो के उल्ट हो जाऊगा जो स्पीडा ओबवियस गल अड अड राइट, यानी टाइम की रेशो जी आ गई वो 41 रेशो कितनी आ गई 50 आ गई। यानी कहने का मतलब ए है जोड़ा वो 9 के हिसाब नाल बीट कर रहा, तो इधरों 9 की वैल्यू अपन दी हुई है 45, 30 ते 15 45, 30 बी नाल है, 15 गाहां फिर बी सी नाल है, तो ए तो सी 45 हो गया, तो 9 की वैल्यू 45 है, तो आपां ए की वैल्यू पूछा कि द टाइम टेकन बाय ए, तो 41 की वैल्यू कढ़नी आप 41 की वैल्यू कढ़ लो, तो 9 5 45 आ गया, तो 41 गुणा 5 कितना आ गया 205 आ गया, तो 205 मिनट लगते होंगे भाई ए नूं। बहुत सिंपल है ना, आसान तरीके दे नाल समझोगे तो समझ लगूगा। समझ लग गई। बस डिस्टेंस की रेशो आप कढ़ ली 50:41, तो डिस्टेंस तो उल्ट टाइम की रेशो हो गई 41:50 हो गई, 9 के नाल बीट कर गया, 9 की वैल्यू 45 है, 41 आप ए का टाइम कढ़ना 41 गुणा 5 205 मिनट। इस तो बाद आ गया जी 50 ट्री, कहता स्टैंडिंग इन ए लाइन सच दैट द डिस्टेंस एनी 2 कंजिक्यूटिव ट्रीज इज सेम, यानी एवें करके मान लो कि दरख्त लगे भाई है ना, एवें करके दरख्त लगे, यानी जिमें मान लो इन्हों के विचकार दूरी आ उही सेम ही इन्हों के विचकार दूरी आ उही सेम इन्हों के विचकार दूरी आ, यानी सेम सेम तो एवें करके 50 ट्री लगे हुए राइट। तुम एक चीज़ की गल नोट करो कि जदों आप 3 दरख्त कढ़ांगे यानी 3 ट्री कढ़ांगे तो गैप 2 का बनूगा, गैप एक हमेशा घट होंदा, जिमें आह देखो आ 2 है तो आह 3 है, तो गैप किन्ने है 1 गैप 2 गैप, आप ट्री किन्ने कवर करते 3 करते, देखो जे आप ट्री 4 कवर करांगे तो गैप 3 बन गए, देखो 1 2 ते 3, जे यही एक ट्री होर ला लेने एवें करके, तो हम ट्री किन्ने कवर हो गए देखो 5 ट्री कवर हो गए, तो गैप किन्ने बन गए 1 गैप 2 गैप 3 गैप ते 1 4 गैप, यानी जिन्ने तुसी ट्री कवर करोगे गैप थोड़ा 1 घट बनूगा। ऑब्वियस गल है ना, क्योंकि गैप पहले 2 ट्रियां नाल ही बनता, 2 ट्री है 1 गैप, 3 ट्री बन गए 2 गैप, 4 ट्री बन गए 3 गैप, 50 ट्री बन गए तो 49 गैप। उस तरीके दे नाल आपां नूं इत्थे कह रखा भी 18 सकिंट लगते जेकर वो 13 तो 34 ट्री कवर करता है। 13 तो 34 ट्री कवर करने का मतलब की है कि उन्हें किन्ने ट्री कवर करते, उन्हें 21 ट्री कवर करते, तो यह मतलब गैप किन्ने का होगा जोड़ा सॉरी 21 ट्री कवर करते है ना, 34 तो 13 ऑब्वियस गल 21 ट्री कवर करते है ना। हुण इहदे विचों ऑटोमैटिकली जोड़ा हैगा गैप घट गया, कारण की है कि देखो सीधी जी गल है, जे मान लो मैं कहा आह पहला ठीक है, तो आह मान लो आप कह दीए तीजा राइट, तो जो मैं 3 दे विचों 1 माइनस करूँगा तो 2 गैप आ गए, देखो आ गए ना 3 - 1 तो किन्ने गैप आ गए 2 गैप आ गए, तो उही गल है ना। जे मान लो मैं कहा कि मान लो इनू आप मान लीए आ तीजा सीगा तो आह अपना है चौथा 5वां है ना, 5वां हो गया। हुण गैप किन्ने 5 - 1 गैप किन्ने हो गए 5 - 1 तो 4 गैप हो गए, देख लो 1 2 3 4, जे इन्हां दे विच गैप देखना हो तीजे ते 5 विच तो 5 - 3 कितना हो जाए 2 गैप हो जाएंगे, देखो 1 ते 2 उवें 13 तो लेके 34 तक गैप किन्ने रह जाएंगे 21 रह जाएंगे, घटाता आप 34 तो 13 21 आ गया राइट। तो यह 21 गैप नूं कढ़न वास्ते 18 सकिंट लगते हैं, 21 गैप नूं कढ़न वास्ते 18 सकिंट लगते हैं, तो आप 1 तो लेके 50 तक कढ़ने, हुण 1 तो लेके 50 तक गैप किन्ने होणगे 50 - 1 49 गैप होणगे। तो बस उही गल है भी जे 21 गैप नूं ओह 18 सकिंट लाउंदागा तो 49 गैप नूं कितना टाइम लाऊगा, उही अपना क्वेश्चन है। तो सीधा सीधा आप कढ़ लेने, तो 18/21 गुणा 49 आ गया, 7 3 7 21 3 6 18 7 7 49 7 6 42, तो यह मतलब 42 सकिंट लगणगे। वो समझ लग गई भाई, बहुत सिंपल जी चीज़ है, ये क्वेश्चन बहुत वधिया है, इस करके टेस्ट लाने चाहिए। अगला क्वेश्चन आ गया जी, कहता 630 किलोग्राम राइस है, 630 किलोग्राम राइस है ठीक है जी, उन्हें कहता एक ट्रेडर हैड 630 किलोग्राम राइस, 15% कहता उन्हें प्रॉफिट से बेचता एक हिस्सा, 8% दूसरा प्रॉफिट से बेचता, सो दैट दा कहता टोटल प्रॉफिट है जो भाई कितना आ जाए 12% आ जाए। तो दसो कहता 8% वाला कोई ना, सिंपल जी एलीगेशन लाउणागा
ਤਾਂ 15 ਚੋਂ 12 ਕੱਢੇ 3 ਆ ਗਿਆ, 12 ਚੋਂ 8 ਕੱਢੇ 4 ਆ ਗਿਆ, 4 ਰੇਸ਼ੋ 3 ਆ ਗਿਆ, ਟੋਟਲ 7 ਹੈ ਤੇ 7 ਦੀ ਵੈਲਿਊ ਆਪਣੇ ਕੋਲ 630 ਹੈ ਤੇ ਆਪਾਂ ਨੂੰ 8% ਵਾਲਾ ਪੁੱਛਿਆ ਹੈਗਾ। 8% ਵਾਲੇ ਦੀ ਵੈਲਿਊ ਕਿੰਨੀ ਹੈ 3 ਹੈ ਤਾਂ 3 ਦੀ ਵੈਲਿਊ ਪੁੱਛਿਆ ਹੈਗਾ। ਤਾਂ 7 ਨਾਮ 63 ਹੈ ਨਾ, ਤੇ 3 ਨਾਮ 27 ਤਾਂ 270 ਆ ਜਾਊਗਾ। ਤਾਂ 270 ਇਜ਼ ਦਾ ਰਾਈਟ ਆਂਸਰ। ठीक है भाई, ये तो बहुत सिंपल जी क्वेश्चन है। अगला क्वेश्चन हो गया, क्या बात है। ठीक है, सो ये भाई टैसट जोड़े थे मेरे हिसाब के नाल जे ये 15 क्वेश्चन सी तो 15 के विचों जिहदे मैं मनदा 14 सही है वो ओके है काम, क्योंकि सारे क्वेश्चन सौखे सी, कोई बड़ा औखा नहीं सीगा। हाँ, पर जिहदे 15 चों 10 तो थले रह गए, 15 चों जिहदे 10 तो थले रह गए वो भाई माड़ी गल है, यानी सच्चों ही माड़ी गल है, क्योंकि थोड़ा फिर मैथ थोड़ा जिहा वीक है। थोड़ा जिहा होर उहनूं वधिया करो, इंप्रूव करो, कमियां लभो की कमियां। पर जे 10 तो उपर है तो 12 13 तो घट कह लो, राइट है, तो कोई चक्कर नहीं, लाइन ठीक है थोड़ी। बस हाँ, थोड़ी बहुत जो कमी है उन्होंने होर इंप्रूव करते रहो। इत्थे तो थोड़ा जिहा कैटेगरी दे विच, क्योंकि इन्ने औखे क्वेश्चन नहीं सीगे, सिंपल क्वेश्चन तुसीं 10 तक कर ही सकते सी घट्टो घट। ठीक है ना, सो आ चीज़ है। बाकी जिहदे 14 आ गए दा मतलब ਉਹਦਾ ओके है काम, खिची चलो। जो पेपर होर औखा बनया, ये तो सौखा सीगा, होर औखा बनया, वो देखियो नंबर किन्ने क बनदे। थैंक यू सो मच, बाय बाय, टेक केयर। आप होर नवीं वीडियो नाल मिलते रहांगे।